ਇਹ ਤੁਹਾਡੀ ਸਾਦੀ ਪਲੇਟ ਹੈਗੀ ਹੈ, ਠੀਕ ਹੈ ਜੀ। ਔਰ ਇਹ ਪਰਾਂ ਵਾਲੀ ਪਲੇਟ ਇਹਨੂੰ ਕਹਿੰਦੇ ਨੇ ਮਾਰਕੀਟ ਦੇ ਵਿੱਚ ਪੂਰੇ ਕੜੇ ਵਾਲੀ ਰਿੰਗ ਵਾਲੀ ਵੀ ਤੁਹਾਨੂੰ ਲੱਭਦੀ ਹੈ। ਇਹ ਸਾਦੀ ਪਲੇਟ ਹੈਗੀ ਹੈ, ਇਹ ਹੈਗੀ ਡੈਂਪਰ ਪਲੇਟ, ਠੀਕ ਹੈ ਜੀ। ਇਹਦੇ ਵਿੱਚ ਇਹਨਾਂ ਜਗ੍ਹਾ ਦੇ ਵਿੱਚ ਬੈਕ ਤੋਂ ਦਿਖਾਓਗੇ ਜ਼ਰਾ, ਤੇ ਇਹ ਸਪਰਿੰਗ ਹੈਗੇ ਨੇ ਜਿਹੜੇ ਇਹਨੂੰ ਲੋਡ ਨੂੰ ਬਰਦਾਸ਼ਤ ਕਰਦੇ ਨੇ ਸ਼ਿਫਟਿੰਗ ਦੇ ਦੌਰਾਨ। ਉਹਦੀ ਵਜ੍ਹਾ ਤੋਂ ਇਹਦੀ ਲਾਈਫ ਵੀ ਵੱਧ ਜਾਂਦੀ ਹੈ। ਇਹਦੀ ਸਮਝੋ ਕਿ 3-4 ਗੁਣਾ ਲਾਈਫ ਇਹਦੀ ਵੱਧ ਜਾਂਦੀ ਹੈ। ਵੈਸੇ ਤਾਂ ਟਰੈਕਟਰ ਦੇ ਇਸਤੇਮਾਲ ਦੇ ਉੱਤੇ ਡਿਪੈਂਡ ਕਰਦਾ ਹੈ। ਅਗਰ ਤੇ ਤੁਸੀਂ ਬਲੇਡ ਔਰ ਲੋਡਰ ਵਗੈਰਾ। अस्सलाम वालेकुम दोस्तों, अपना चैनल पीके यूट्यूब चैनल 'ਚ खुश आमदीद। दोस्तों अज असी मौजूद हाँ जी मिलर ट्रैक्टर लाहौर ਤੇ ਕਿਸਾਨ ਡੇ ਮੌਕਾ ਅੱਜ 18 ਦਸੰਬਰ ਕਿਸਾਨ ਡੇ ਮੌਕਾ ਦੇ ਉੱਤੇ ਮਿਲਰ ਟਰੈਕਟਰ ਕੰਪਨੀ ਨੇ ਕਿਸਾਨਾਂ ਨੂੰ ਤੋਹਫਾ ਦੇ ਤੌਰ ਤੇ ਤਬਦੀਲੀਆਂ ਕਰ ਦਿੱਤੀਆਂ ਨੇ। ਤਕਰੀਬਨ ਜੀ 25 ਤਬਦੀਲੀਆਂ ਨੇ ਤੇ ਉਹਦੇ ਫਾਇਦੇ ਨੇ 50, ਯਾਨੀ ਕਿ ਹਰ ਤਬਦੀਲੀ ਦੇ ਡਬਲ ਫਾਇਦੇ ਨੇ। ਤੁਹਾਡੇ ਨਾਲ ਸ਼ੇਅਰ ਕਰਾਂਗੇ, ਮੁਕੰਮਲ ਡਿਟੇਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਜਾਦ ਸਾਹਿਬ ਦਾ ਮੁਕੰਮਲ ਬਰੀਫਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕਿਹੜੇ ਤਬਦੀਲੀਆਂ ਕੀਤੀਆਂ ਨੇ। ਕਾਫੀ ਦੋਸਤ ਕਹਿ ਰਹੇ ਹੁੰਦੇ ਸੀ ਕਿ ਹਰ ਸਾਲ ਨਵਾਂ ਸਾਲ ਲੇਕਿਨ ਆ ਜਾਂਦਾ, ਲੇਕਿਨ ਕੰਪਨੀ ਜੇ ਕੋਈ ਤਬਦੀਲੀ ਨਹੀਂ ਕਰਦੀ, ਠੀਕ ਹੈ। सिर्फ यानी कि मॉडल की चेंजिंग होंगी है, लेकिन कोई तब्दीली अंदर नहीं होंगी। बाकी जी हुण कंपनी का कहना कि हर साल असीं तब्दीली करया करांगे, हर साल। इस ऐरका 25 कीतियां ने, अगले साल ही हो सकता 100 करिए, 50 करिए, यानी कि हर साल वध तो वध तब्दीलियां करनगे। ते ये माशाअल्लाह पाकिस्तान दे विच ट्रेंड चल पिया तब्दीलियां वाला, ते ये ज़मींदारां लई भी फायदेमंद है ते सारे कंपनी वाले ने उन्होंने भी फायदेमंद है। तो कंपनियां ने क्यों तब्दीलियां कीतियां ने, इस तरह ही नाल ट्रेंड चलता पिया है। तब्दीली की कल जे ATS आया, बुराक आए, बाकी कंपीटिशन का माहौल आ रहा है, ये फायदा जिमींदार का ही है। तो बाकी इंशाल्लाह तुहानूं मुकम्मल डिटेल तुहाडे नाल शेयर करते हैं जी ਜਿਹੜੀਆਂ तब्दीलियां इहदे हो रही ने। बाकी सजाद साहब साडे नाल मौजूद होणगे। वीडियो दोस्तों एंड तक देखनी है, लाइक शेयर करना है। ਜਿਹੜੀਆਂ ਤਬਦੀਲੀਆਂ ਕੀਤੀਆਂ ਮੈਂ ਤੁਹਾਨੂੰ ਵਾਰੀ ਦੱਸ ਦਿੰਦਾ। ਸਭ ਤੋਂ ਪਹਿਲੇ ਤਾਂ ਅਸੀਂ ਇੰਜਨ ਦੇ ਵਿੱਚ ਜਿਹੜਾ ਵਾਲ ਸਟੈਮ ਹੁੰਦਾ ਹੈ, ਜਿਹੜਾ ਵਾਲ ਹੁੰਦਾ ਹੈ, ਉਹਦੇ ਉੱਤੇ ਇੱਕ ਸੀਲ ਲਾ ਦਿੱਤੀ ਹੈ, ਜਿਹਦੀ ਵਜ੍ਹਾ ਤੋਂ ਥੱਲੋਂ ਪ੍ਰੈਸ਼ਰ ਜਿਹੜਾ ਉੱਪਰ ਜਾਂਦਾ ਸੀਗਾ ਟੈਪਟ ਕਵਰ ਦੇ ਵਿੱਚ ਉਹ ਕੰਟਰੋਲ ਹੋ ਜਾਏਗਾ। ਇਸ ਤੋਂ ਬਾਅਦ ਟੈਪਟ ਕਵਰ ਜਿਹੜਾ ਉਹਦਾ ਡਿਜ਼ਾਈਨ ਅਸੀਂ ਚੇਂਜ ਕੀਤਾ। ਉਹਦੇ ਉੱਪਰ ਜਿਹੜਾ ਬਰੀਦਰ ਪਾਈਪ ਨੂੰ ਲਾਉਣ ਵਾਸਤੇ ਇੱਕ ਯੂ ਜਿਹੜਾ ਲਾ ਦਿੱਤਾ, ਪਾਈਪ ਲਾ ਦਿੱਤਾ, ਜਿਹਦੇ ਨਾਲ ਹਵਾ ਜਿਹੜੀ ਠਹਿਰ ਕੇ ਰੁਕ ਕੇ ਆਏਗੀ ਔਰ ਆਪਣੇ ਨਾਲ ਜਿਹੜੇ ਤੇਲ ਦੇ ਕਤਰੇ ਨੇ ਉਹ ਬਾਹਰ ਨਹੀਂ ਲੈ ਕੇ ਆਏਗੀ। ਇਸ ਤੋਂ ਬਾਅਦ ਅਸੀਂ ਹੀਟ ਸ਼ੀਲਡ ਲਾਤੀ। ਪਹਿਲੇ ਸਿਰਫ ਡੀਲੈਕਸ ਮਾਡਲਾਂ ਦੇ ਵਿੱਚ ਹੀਟ ਸ਼ੀਲਡ ਸੀਗੀ, ਸਾਡੇ ਹੁਣ ਹਰ ਟਰੈਕਟਰ ਮਾਡਲ ਦੇ ਵਿੱਚ ਹੀਟ ਸ਼ੀਲਡ ਹੋਏਗੀ ਤਾਂ ਕਿ ਜ਼ਿਮੀਦਾਰ ਦੀ ਲੱਤਾਂ ਦੇ ਉੱਤੇ ਜਿਹੜਾ ਉਹ ਗਰਮ ਹਵਾ ਨਾ ਪਵੇ, ਉਹ ਗਰਮ ਹਵਾ ਤੋਂ ਬਚਿਆ ਰਹੇ। ਇਸ ਤੋਂ ਇਲਾਵਾ ਛੋਟੇ ਟਰੈਕਟਰਾਂ ਦਾ ਜਿਹੜਾ ਫਿਊਲ ਟੈਂਕ ਹੈਗਾ ਅਸੀਂ ਪਲਾਸਟਿਕ ਦਾ ਕਰ ਦਿੱਤਾ ਹੈ, ਉਹਦੇ ਨਾਲ ਉਹਦੀ ਕੋਈ ਫਿਊਲ ਦੀ ਕੈਪੈਸਿਟੀ ਥੋੜ੍ਹੀ ਜਿਹੀ ਵਧੀ ਹੈ। ਇਸ ਤੋਂ ਇਲਾਵਾ ਉਹਦੀ ਲੀਕੇਜ ਵਗੈਰਾ ਔਰ ਅੰਦਰ ਜਿਹੜਾ ਰਸਟ ਵਗੈਰਾ ਬਣ ਜਾਂਦਾ ਸੀਗਾ ਉਸ ਤੋਂ ਜਿਹੜਾ ਮਹਿਫੂਜ਼ ਰਹੇਗਾ ਤੁਹਾਡਾ ਫਿਊਲ ਇੰਜੈਕਸ਼ਨ ਸਿਸਟਮ ਸਾਰਾ। ਇਸ ਤੋਂ ਬਾਅਦ ਰੇਡੀਏਟਰ ਦਾ ਪੱਖਾ ਜਿਹੜਾ ਹੈਗਾ ਉਹਦੇ ਪਰਾਂ ਦਾ ਐਂਗਲ ਥੋੜ੍ਹਾ ਜਿਹਾ ਤਬਦੀਲ ਕੀਤਾ ਤਾਂ ਕਿ ਹਵਾ ਜ਼ਿਆਦਾ ਸਿੱਟੇ। ਇਸ ਤੋਂ ਇਲਾਵਾ ਉਹਨਾਂ ਦੇ ਪਲਾਸਟਿਕ ਦੇ ਮਟੀਰੀਅਲ ਦੇ ਵਿੱਚ ਤਬਦੀਲੀ ਕੀਤੀ ਹੈ ਤਾਂ ਕਿ ਜਦੋਂ ਜ਼ਿਆਦਾ ਟੈਂਪਰੇਚਰ ਵੱਧਦਾ ਹੈ, ਗਰਮਾਇਸ਼ ਜ਼ਿਆਦਾ ਆਉਂਦੀ ਹੈ ਤੇ ਉਹ ਪਰ ਟੇੜੇ ਹੋ ਜਾਂਦੇ ਸੀ। ਅਸੀਂ ਦੇਖਦੇ ਸੀ ਕਿ ਜਦੋਂ ਹੀਟ ਜ਼ਿਆਦਾ ਰੇਡੀਏਟਰ ਤੋਂ ਆਉਂਦੀ ਸੀ ਤੇ ਪਰ ਜਿਹੜੇ ਟੇੜੇ ਹੋਣੇ ਸੀ ਉਹ ਟੇੜੇ ਨਹੀਂ ਹੋਣਗੇ। ਉਹਦਾ ਮਟੀਰੀਅਲ ਅਸੀਂ ਚੇਂਜ ਕਰ ਦਿੱਤਾ ਹੈਗਾ। ਇਸ ਤੋਂ ਇਲਾਵਾ ਅਸੀਂ ਇਹ ਚਟਕਣੀਆਂ ਚੇਂਜ ਕਰ ਦਿੱਤੀਆਂ ਨੇ, ਠੀਕ ਹੈ ਜੀ। ਔਰ ਇਹ ਬੜੇ ਆਰਾਮਦੇਹ ਨੇ ਔਰ ਬੜੀਆਂ ਮਜ਼ਬੂਤ ਨੇ, ਲੌਂਗ ਲਾਈਫ ਨੇ। ਪਹਿਲੇ ਵਾਲੀ ਤੁਹਾਨੂੰ ਪਤਾ ਕਿ ਉਹ ਡਿੱਗ ਵੀ ਜਾਂਦੀਆਂ ਸੀ, ਬੜਾ ਜ਼ੋਰ ਲੱਗਦਾ ਸੀ ਜ਼ਿਮੀਂਦਾਰ ਦਾ। ਬੜੇ ਆਰਾਮ ਦੇ ਨਾਲ ਦੇਖੋ, ਬੜੇ ਆਰਾਮ ਦੇ ਨਾਲ ਖੁੱਲ੍ਹਦਾ ਤੇ ਬੰਦ ਹੁੰਦਾ। ਇਹ ਤਬਦੀਲੀ ਕੀਤੀ ਹੈ। ਅੱਛਾ, ਫਿਰ ਸ਼ਿਫਟ ਟਾਵਰ ਜਿਹੜਾ ਇਹਦੇ ਉੱਤੇ ਸ਼ੀਲਡ ਲਾਈ ਹੋਈ ਹੈ। ਇਹ ਜਿਹੜਾ ਗੇਅਰ ਬਕਸੇ ਦਾ ਕਵਰ ਤੁਸੀਂ ਕਹਿ ਲਓ, ਉਹ ਅੱਗੇ 3 ਪੀਸਾਂ ਦੇ ਵਿੱਚ ਹੁੰਦਾ ਸੀਗਾ। 3 ਪੀਸਾਂ ਦੀ ਵਜ੍ਹਾ ਤੋਂ ਉਹਦੇ ਵਿੱਚੋਂ ਕਿਸੇ ਨਾ ਕਿਸੇ ਜਗ੍ਹਾ ਤੋਂ ਲੀਕੇਜ ਰਹਿੰਦੀ ਸੀਗੀ। ਇਸੇ ਤਰ੍ਹਾਂ ਉੱਪਰ ਜਿਹੜਾ ਕੈਪ ਸੀਗਾ ਜਿੱਥੋਂ ਅਸੀਂ ਤੇਲ ਪਾਉਂਦੇ ਸੀਗੇ, ਉਹ ਵੀ ਜਿਹੜਾ ਉੱਥੋਂ ਵੀ ਤੇਲ ਜਿਹੜਾ ਲੀਕ ਹੁੰਦਾ ਸੀਗਾ। ਉਹਨੂੰ ਅਸੀਂ ਕੈਪ ਦੀ ਜਗ੍ਹਾ ਉਹਨੂੰ ਨਟ ਲਾਤਾ ਔਰ ਇਸ ਪੂਰਾ ਸ਼ਿਫਟ ਟਾਵਰ ਜਿਹੜਾ ਨਾ ਉਹ ਸਿੰਗਲ ਪੀਸ ਦੇ ਵਿੱਚ ਕਰ ਦਿੱਤਾ ਹੈ। ਉਹਦੀ ਵਜ੍ਹਾ ਤੋਂ ਉੱਥੋਂ ਤੇਲ ਦੀ ਲੀਕੇਜ ਵਗੈਰਾ ਨਹੀਂ ਹੋਏਗੀ। ਇਸ ਤੋਂ ਇਲਾਵਾ ਇਹ ਮਡਗਾਰਡ ਅਸੀਂ ਡੀਲੈਕਸ ਟਰੈਕਟਰ ਤੋਂ ਇਲਾਵਾ ਪਹਿਲੇ ਕਿਸੇ ਟਰੈਕਟਰ 'ਚ ਨਹੀਂ ਸੀ, ਲੇਕਿਨ ਵੱਡੇ ਟਰੈਕਟਰਾਂ ਦੇ ਵਿੱਚ 85 ਸਾਦੇ ਦੇ ਵਿੱਚ, 75 ਸਾਦੇ ਦੇ ਵਿੱਚ, 85 4 ਵੀਲ ਸਾਦੇ ਦੇ ਵਿੱਚ ਨਹੀਂ ਸੀ ਹੈਗਾ। ਇਹ ਹੁਣ ਵੱਡੇ ਟਰੈਕਟਰਾਂ 'ਚ ਵੀ ਅਸੀਂ ਮਡਗਾਰਡ ਦੇ ਦਿੱਤੇ ਨੇ, ਬੜੇ ਮਜ਼ਬੂਤ ਔਰ ਬੜੇ ਅੱਛੇ ਡਿਜ਼ਾਈਨ ਦੇ ਨੇ। ਇਸ ਤੋਂ ਇਲਾਵਾ ਡੈਂਪਰ ਪਲੇਟ ਅੱਗੇ ਤੁਹਾਨੂੰ ਵਾਹਿਦ ਸਾਹਿਬ ਨੇ ਖੋਲ ਕੇ ਵੀ ਦਿਖਾਈਏ ਕਿ ਹਾਂਜੀ ਸਾਦੀ ਪਲੇਟ ਔਰ ਡੈਂਪਰ ਪਲੇਟ ਕਹਿੰਦੇ ਤਾਂ ਦਿਖਾ ਦਿੰਦੇ ਦੁਬਾਰਾ ਕਿ ਉਹਦੇ ਵਿੱਚ ਸਾਰੇ ਵੱਡੇ ਟਰੈਕਟਰਾਂ 'ਚ, ਪਹਿਲੇ ਉਹ ਸਿਰਫ ਡੀਲੈਕਸ ਮਾਡਲਾਂ ਸੀਗੀ, ਹੁਣ ਸਾਰੇ ਵੱਡੇ ਟਰੈਕਟਰਾਂ ਦੇ ਵਿੱਚ ਅਸੀਂ ਡੈਂਪਰ ਟਾਈਪ ਕਲਚ ਪਲੇਟ ਪਾਤੀ ਹੈ। ਡੈਂਪਰ ਟਾਈਪ ਔਰ ਸਾਦੀ ਦਾ ਕੀ ਫਰਕ ਹੁੰਦਾ? ਸਾਦੀ ਪਲੇਟ ਸਿਰਫ ਪਲੇਟ ਹੁੰਦੀ ਹੈ, ਇਹਦੇ ਵਿੱਚ ਪ੍ਰੈਸ਼ਰ ਨੂੰ ਬੇਅਰ ਕਰਨ ਵਾਸਤੇ ਸਪਰਿੰਗ ਹੁੰਦੇ ਨੇ। ਤੇ ਇਹ ਜਦੋਂ ਤੁਸੀਂ ਗੇਅਰ ਸ਼ਿਫਟ ਕਰਦੇ ਹੋ, ਗੇਅਰ ਸ਼ਿਫਟਿੰਗ ਦੇ ਵਿੱਚ
ਆਸਾਨੀ ਵੀ ਹੁੰਦੀ ਹੈ ਔਰ ਆਵਾਜ਼ ਵੀ ਨਹੀਂ ਆਉਂਦੀ। ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਇਹਦੀ ਖੂਬੀ ਹੈਗੀ ਹੈ ਕਿ ਇਹਦੀ ਲਾਈਫ ਜ਼ਿਆਦਾ ਹੈਗੀ ਹੈ। ਇਹ ਤੁਹਾਡੀ ਸਾਦੀ ਪਲੇਟ ਹੈਗੀ ਹੈ, ਠੀਕ ਹੈ ਜੀ। ਔਰ ਇਹ ਪਰਾਂ ਵਾਲੀ ਪਲੇਟ ਇਹਨੂੰ ਕਹਿੰਦੇ ਨੇ ਮਾਰਕੀਟ ਦੇ ਵਿੱਚ ਪੂਰੇ ਕੜੇ ਵਾਲੀ ਰਿੰਗ ਵਾਲੀ ਵੀ ਤੁਹਾਨੂੰ ਲੱਭਦੀ ਹੈ। ਇਹ ਸਾਦੀ ਪਲੇਟ ਹੈਗੀ ਹੈ, ਇਹ ਹੈਗੀ ਟੈਂਪਰ ਪਲੇਟ, ਠੀਕ ਹੈ ਜੀ। ਇਹਦੇ ਵਿੱਚ ਇਹਨਾਂ ਜਗ੍ਹਾ ਦੇ ਵਿੱਚ ਬੈਕ ਤੋਂ ਦਿਖਾਓਗੇ ਜ਼ਰਾ, ਤੇ ਇਹ ਸਪਰਿੰਗ ਹੈਗੇ ਨੇ ਜਿਹੜੇ ਇਹਨੂੰ ਲੋਡ ਨੂੰ ਬਰਦਾਸ਼ਤ ਕਰਦੇ ਨੇ ਸ਼ਿਫਟਿੰਗ ਦੇ ਦੌਰਾਨ। ਉਹਦੀ ਵਜ੍ਹਾ ਤੋਂ ਇਹਦੀ ਲਾਈਫ ਵੀ ਵੱਧ ਜਾਂਦੀ ਹੈ। ਇਹਦੀ ਸਮਝੋ ਕਿ 3-4 ਗੁਣਾ ਲਾਈਫ ਇਹਦੀ ਵੱਧ ਜਾਂਦੀ ਹੈ। ਵੈਸੇ ਤੇ ਟਰੈਕਟਰ ਦੇ ਇਸਤੇਮਾਲ ਦੇ ਉੱਤੇ ਡਿਪੈਂਡ ਕਰਦਾ ਹੈ। ਅਗਰ ਤੇ ਤੁਸੀਂ ਬਲੇਡ ਔਰ ਲੋਡਰ ਵਗੈਰਾ ਚਲਾਉਂਦੇ ਹੋ ਤੇ ਉਹ ਚੁੱਕੇ ਜ਼ਿਆਦਾ ਇਸਤੇਮਾਲ ਹੈਗਾ ਕਲਚ ਦਾ ਤੇ ਉਹ ਜਲਦੀ ਖਤਮ ਹੋ ਜਾਂਦਾ ਹੈ। ਤੇ ਆਮ ਜਿਹੜੀ ਪਲੇਟ ਹੈਗੀ ਹੈ ਉਹ ਲੋਡਰ ਦੇ ਉੱਤੇ ਖਾਸ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ 300 400 500 ਘੰਟੇ ਮੈਕਸਿਮਮ 500 ਘੰਟੇ ਤੇ ਕਲਚ ਖਤਮ ਹੋ ਜਾਂਦਾ ਹੈ। ਲੇਕਿਨ ਇਹ ਪਲੇਟ ਮੇਰਾ ਖਿਆਲ ਹੈ ਸਾਲ ਤੋਂ ਪਹਿਲੇ ਵੀ ਜਿਹੜਾ ਨਾ ਇਹ ਤਬਦੀਲੀ ਇੰਪੋਰਟਡ ਹੈਗੀ ਹੈ, ਇੰਪੋਰਟਡ ਹੈਗੀ ਹੈ, ਅਮਰੀਕਾ ਤੋਂ ਅਸੀਂ ਮੰਗਵਾਈ ਹੈ। ਅੱਛਾ, ਇਸ ਤੋਂ ਬਾਅਦ ਜਿਹੜੀ ਐਜ ਸੀਲਿੰਗ ਹੈ ਨਾ ਜੀ, ਇਹ ਵਾਲੀ ਪਹਿਲੇ ਫਿਟਿੰਗ ਥੋੜਾ ਜਿਹਾ ਪ੍ਰੋਬਲਮ ਹੁੰਦਾ ਸੀ, ਲੇਕਿਨ ਇਹਦੇ ਵਿੱਚ ਅਸੀਂ ਇਹਦਾ ਮਟੀਰੀਅਲ ਚੇਂਜ ਕੀਤਾ। ਇਹਦੇ ਅੰਦਰ ਜਿਹੜਾ ਨਾ ਸਟੀਲ ਦੀ ਇੱਕ ਵਾਇਰ ਹੈਗੀ ਹੈ ਜਿਹਦੀ ਵਜ੍ਹਾ ਤੋਂ ਜਿੱਥੇ ਬਿਠਾਓ ਉੱਥੇ ਬੈਠ ਜਾਂਦੀ ਹੈ। ਇਹ ਫਿਟਿੰਗ ਜ਼ਰਾ ਬਿਹਤਰ ਹੋ ਗਈ ਇਹਦੇ ਨਾਲ। ਅੱਛਾ, ਇਸ ਤੋਂ ਬਾਅਦ ਅਸੀਂ ਸਟੀਅਰਿੰਗ ਦਾ ਕਾਲਮ ਜਿਹੜਾ ਹੈ ਇੱਥੇ ਐਸ ਸੀਲ, ਇਹਦਾ ਕੈਪ ਔਰ ਸੀਲ ਪਹਿਲੇ ਨਹੀਂ ਸੀ ਹੁੰਦੀ, ਜਿਹਦੀ ਵਜ੍ਹਾ ਤੋਂ ਪਾਣੀ ਅੰਦਰ ਜਾਂਦਾ ਸੀ ਔਰ ਕੁਝ ਅਰਸੇ ਬਾਅਦ ਸਟੀਅਰਿੰਗ ਦੇ ਬੇਰਿੰਗ ਨੂੰ ਜ਼ੰਗ ਲੱਗ ਜਾਂਦਾ ਸੀਗਾ ਔਰ ਉਹਦੇ 'ਚ ਵਾਈਬ੍ਰੇਸ਼ਨ ਆ ਜਾਂਦੀ ਸੀਗੀ। ਤੇ ਇਹਦੀ ਸਮਝੋ ਇਹਦੀ ਲਾਈਫ ਵੱਧ ਗਈ ਹੈ ਔਰ ਸਟੀਅਰਿੰਗ ਦੀ ਕਾਰਕਰਦਗੀ ਵੀ ਵੱਧ ਜਾਏਗੀ ਇਨਸ਼ਾਅੱਲਾ ਇਹਦੇ ਨਾਲ। ਫੈਂਡਰ ਹੈਂਡਲ, ਇਹ ਹੈਂਡਲ ਪਹਿਲੇ ਨਹੀਂ ਸੀ ਹੁੰਦੇ ਟਰੈਕਟਰ 'ਚ। ਟਰੈਕਟਰ ਦੇ ਉੱਤੇ ਚੜ੍ਹਨ ਵਾਸਤੇ ਉਤਰਨ ਵਾਸਤੇ ਇਹ ਅਸੀਂ ਹੈਂਡਲ ਸਾਰੇ ਟਰੈਕਟਰਾਂ ਦੇ ਵਿੱਚ ਲਾ ਦਿੱਤੇ ਨੇ। ਟਰਾਂਸਮਿਸ਼ਨ ਦਾ ਕਵਰ, ਇਹ ਟਰਾਂਸਮਿਸ਼ਨ ਦਾ ਕਵਰ ਜਿਹੜਾ ਇਹਨੂੰ ਅਸੀਂ ਟਰਾਂਸਮਿਸ਼ਨ ਕਵਰ ਕਹਿੰਦੇ ਨੇ। ਇਹ ਪਹਿਲੇ ਸਿਰਫ ਡਿਲੈਕਸ ਮਾਡਲਾਂ 'ਚ, ਹੁਣ ਸਾਡੇ ਹਰ ਮਾਡਲ 'ਚ ਛੋਟੇ ਟਰੈਕਟਰ ਦੇ ਵਿੱਚ ਵੀ ਹੋਏਗਾ, ਵੱਡੇ ਸਾਰੇ ਟਰੈਕਟਰ ਮਾਡਲਾਂ ਦੇ ਵਿੱਚ ਟਰਾਂਸਮਿਸ਼ਨ ਕਵਰ ਜਿਹੜਾ ਹੋਏਗਾ ਲਾਜ਼ਮੀ। ਇਸ ਤੋਂ ਬਾਅਦ ਮੇਨਟੇਨੈਂਸ ਫ੍ਰੀ ਬੈਟਰੀ। ਇਹ ਬੈਟਰੀ ਜਿਹੜੀ ਹੈ ਇਹਦੇ 'ਚ ਤੁਹਾਨੂੰ ਬਾਰ-ਬਾਰ ਪਾਣੀ ਪੂਰਾ ਕਰਨ ਦੀ ਜ਼ਰੂਰਤ ਨਹੀਂ, ਠੀਕ ਹੈ ਜੀ। ਇਹ ਬੈਟਰੀ ਸਾਰੇ ਟਰੈਕਟਰਾਂ ਦੇ ਵਿੱਚ ਅਸੀਂ ਲਾ ਦਿੱਤੀ ਹੈ। ਲੌਂਗ ਲਾਈਫ ਬੈਟਰੀ ਹੈਗੀ, ਅੱਛੀ ਬੈਟਰੀ ਹੈਗੀ ਹੈ, ਇਹਦਾ ਮਟੀਰੀਅਲ ਅੱਛਾ ਹੈਗਾ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਅਸੀਂ ਇੱਕ ਸੈਂਟਰ ਹਾਊਸਿੰਗ ਬਾਟਮ ਕਵਰ ਪਲੇਟ ਹੈ, ਜਿਹੜਾ ਸਾਡਾ ਹਾਈਡ੍ਰੋਲਿਕ ਪੰਪ ਹੁੰਦਾ ਉਹਦੇ ਬਿਲਕੁਲ ਨੀਚੇ ਹਾਈਡ੍ਰੋਲਿਕ ਪੰਪ ਦਾ ਫਿਲਟਰ ਕੱਢਣ ਵਾਸਤੇ, ਤਬਦੀਲ ਕਰਨ ਵਾਸਤੇ ਇੱਕ ਥੱਲੇ 3 ਕੋਨੇ ਵਾਲੀ ਪਲੇਟ ਲਾਈ ਜਾਂਦੀ ਹੈ। ਔਰ ਉਹ ਜਗ੍ਹਾ ਉਹੀ ਹੈਗੀ ਜਿੱਥੋਂ ਪੰਪ ਜਿਹੜਾ ਤੇਲ ਖਿੱਚਦਾ ਹੈ, ਠੀਕ ਹੈ ਜੀ, ਸਕ ਕਰਦਾ ਹੈ। ਅਸੀਂ ਉਸ ਪਲੇਟ ਦੇ ਉੱਤੇ ਹੈਵੀ ਡਿਊਟੀ ਮੈਗਨੇਟ ਲਾ ਦਿੱਤਾ ਹੈ, ਮਕਨਾਤੀਸ ਲਾ ਦਿੱਤਾ ਹੈ ਕਿ ਪੂਰੇ ਗੇਅਰ ਬਕਸੇ ਔਰ ਪਿਛਲੀ ਰੀਅਰ ਹਾਊਸਿੰਗ ਦੇ ਵਿੱਚ ਜਿੰਨਾ ਵੀ ਲੋਹੇ ਦਾ ਬੁਰਾਦਾ ਪੈਦਾ ਹੋਏਗਾ, ਕਚਰਾ ਪੈਦਾ ਹੋਏਗਾ, ਉਸ ਮਕਨਾਤੀਸ ਦੇ ਨਾਲ ਚਿਪਕਦਾ ਰਹੇਗਾ, ਜਿਹਦੀ ਵਜ੍ਹਾ ਤੋਂ ਉਹ ਲੋਹਾ ਜਿਹੜਾ ਹੈ ਉਹ ਸਿਸਟਮ ਦੇ ਵਿੱਚ ਦੁਬਾਰਾ ਮੂਵ ਨਹੀਂ ਕਰੇਗਾ। ਤੁਹਾਡੇ ਹਾਈਡ੍ਰੋਲਿਕ ਪੰਪ ਦੀ, ਹਾਈਡ੍ਰੋਲਿਕ ਸਿਸਟਮ ਦੀ ਜਿਹੜੀ ਲਾਈਫ ਹੈ ਉਹ ਵੱਧ ਜਾਏਗੀ। ਔਰ ਇਸ ਤੋਂ ਪਹਿਲੇ ਅਸੀਂ ਜਿੰਨੇ ਵੀ ਸਾਡੇ ਹਾਈਡ੍ਰੋਲਿਕ ਡਰੇਨ ਪਲੱਗ ਸੀਗੇ, ਯਾਨੀ ਕਿ ਇੰਜਨ ਆਇਲ ਦਾ ਤੇਲ ਕੱਢਣ ਵਾਸਤੇ ਜਿਹੜਾ ਨਟ ਲੱਗਿਆ ਹੋਇਆ, ਇਸੇ ਤਰ੍ਹਾਂ ਹਾਈਡ੍ਰੋਲਿਕ ਦਾ ਜਿਹੜਾ ਨਟ ਲੱਗਿਆ ਉਹ ਵੀ ਅਸੀਂ ਮਕਨਾਤੀਸ ਦੇ ਕਰਤੇ ਸੀ ਪਹਿਲੇ ਹੀ, ਇਸ ਤੋਂ ਪਹਿਲੇ। ਇਸ ਤੋਂ ਇਲਾਵਾ ਜੀ ਇਹਦੇ ਅਸੀਂ ਇੰਜਨ ਆਇਲ ਦਾ ਫਿਲਰ, ਜਿੱਥੋਂ ਇੰਜਨ ਦਾ ਆਇਲ ਪਾਈਦਾ ਉਹ ਅਕਸਰ ਸ਼ਿਕਾਇਤ ਹੁੰਦੀ ਸੀ ਜੀ ਢੱਕਣਾ ਲੀਕ ਹੋ ਗਿਆ, ਉਹ ਅਸੀਂ ਡਿਜ਼ਾਈਨ ਚੇਂਜ ਕਰਤਾ, ਹੁਣ ਪਲਾਸਟਿਕ ਦੇ ਵਿੱਚ ਆ ਗਿਆ ਵੱਡੇ ਟਰੈਕਟਰਾਂ ਦਾ ਔਰ 240 ਦਾ ਵੀ। ਲੇਕਿਨ ਜਿਹੜਾ 260 ਹੈਗਾ ਉਹ 'ਚ ਥੋੜਾ ਡਿਜ਼ਾਈਨ ਚੇਂਜ ਕਰਨਾ ਪਿਆ ਔਰ ਟਰਬੋ ਦੇ ਨਜ਼ਦੀਕ ਸੀਗਾ, ਹੀਟ ਦਾ ਇਸ਼ੂ ਸੀਗਾ, ਉਹ ਖਰਾਬ ਹੋ ਸਕਦਾ ਸੀ, ਅਸੀਂ ਉਹਨੂੰ ਐਲੂਮੀਨੀਅਮ ਦਾ ਕੀਤਾ, ਐਲੂਮੀਨੀਅਮ ਦੇ ਮਟੀਰੀਅਲ ਦੇ ਵਿੱਚ ਆ ਗਿਆ। ਯਾਨੀ ਉਹ ਕੈਬ ਜਿੱਥੇ ਜ਼ਿਮੀਦਾਰ ਟਾਕੀਆਂ ਕੱਪੜੇ ਬੰਨ੍ਹਦੇ, ਹਾਂ ਜੀ, ਨਹੀਂ ਹੁਣ ਉਹ ਜ਼ਰੂਰਤ ਨਹੀਂ ਪੈਗੀ। ਹਾਂ ਜੀ। ਅੱਛਾ, ਇਸ ਤੋਂ ਬਾਅਦ ਅਸੀਂ ਹਾਈਡ੍ਰੋਲਿਕ ਡਿਪ ਸਟਿਕ ਜਿਹੜੀ ਹੈ ਰਿਸਪੌਂਸ ਪਲੇਟ ਕਹਿੰਦੇ ਨੇ ਹਾਈਡ੍ਰੋਲਿਕ ਦੀ ਸਾਈਡ ਦੀ, ਇਹਦੀ ਡਿਪ ਸਟਿਕ ਕਾਫੀ ਨੀਚੇ ਜਾ ਕੇ ਸੀਗੀ ਔਰ ਮੁਸ਼ਕਲ ਹੁੰਦੀ ਸੀ ਲੀਵਰ ਉਹਦਾ ਚੈੱਕ ਕਰਨਾ ਕਿ ਜੀ ਉਹਦਾ ਕਿੰਨਾ ਹੈਗਾ ਲੈਵਲ, ਆਇਲ ਦਾ ਲੈਵਲ ਕਿੰਨਾ ਹੈ ਹਾਈਡ੍ਰੋਲਿਕ ਦਾ, ਤੇ ਉਹ ਇੱਕ ਇਸ਼ੂ ਸੀਗਾ, ਉਹਨੂੰ ਲੰਬਾ ਕਰ ਦਿੱਤਾ ਹੈ। ਨਾ ਸਿਰਫ ਬਾਹਰ ਵਾਲੀ ਸਾਈਡ ਤੋਂ ਲੰਬਾ ਕੀਤਾ, ਅੰਦਰ ਵਾਲੀ ਸਾਈਡ ਤੋਂ ਵੀ ਲੰਬਾ ਕੀਤਾ ਹੈ। ਔਰ ਜਿਹੜਾ ਇੱਕ ਲੀਕੇਜ ਦਾ ਇਸ਼ੂ ਸੀਗਾ ਉਹ ਵੀ ਇਹਦੀ ਵਜ੍ਹਾ ਤੋਂ ਰਿਜ਼ੋਲਵ ਹੋ ਜਾਏਗਾ ਇਨਸ਼ਾਅੱਲਾ। ਰੀਅਰ ਵਿਊ ਮਿਰਰ, ਇਹ ਸ਼ੀਸ਼ਾ ਜਿਹੜਾ ਪਿੱਛੇ ਦੇਖਣ ਵਾਸਤੇ ਅਸੀਂ ਦਿੱਤਾ ਹੈਗਾ। ਤੇ ਕੁਝ ਲੋਕ ਕਹਿੰਦੇ ਕਿ ਜੀ ਇਹਦੀ ਸ਼ਾਇਦ ਜ਼ਰੂਰਤ ਨਹੀਂ ਹੈਗੀ, ਤੇ ਕਮ ਸੇ ਕਮ ਬੰਦੇ ਨੂੰ ਆਪਣਾ ਸ਼ਕਲ ਦੇਖਣ ਵਾਸਤੇ ਤਾਂ ਜ਼ਰੂਰਤ ਪੈ ਸਕਦੀ ਹੈ ਨਾ ਜੀ। ਹਾਂ ਜੀ, ਬਿਲਕੁਲ ਜੀ, ਬਿਲਕੁਲ। ਤੇ ਜੀ ਮੋਬਾਈਲ ਚਾਰਜਰ,
ਇਹਦੇ ਵਿੱਚ ਸਪੋਰਟ ਡਿਲੈਕਸ ਮਾਡਲਾਂ 'ਚ ਪਹਿਲੇ ਸੀਗੀ, ਹੁਣ ਸਾਰਿਆਂ 'ਚ ਦੇ ਦਿੱਤੀ ਹੈ। ਔਰ ਫਿਰ ਮੋਬਾਈਲ ਨੂੰ ਰੱਖਣ ਵਾਸਤੇ ਪਾਊਚ ਨਹੀਂ ਸੀ ਹੈਗਾ ਕਿ ਮੋਬਾਈਲ ਚਾਰਜਿੰਗ ਤੇ ਲਾ ਕੇ ਰੱਖਣਾ ਕਿੱਥੇ ਹੈਗਾ, ਉਹਦੇ ਵਾਸਤੇ ਵੀ ਜਗ੍ਹਾ ਬਣਾ ਦਿੱਤੀ ਗਈ ਹੈ, ਪਾਊਚ ਬਣਾ ਦਿੱਤਾ ਗਿਆ ਜਿਹਦੇ ਵਿੱਚ ਆਪਣਾ ਜ਼ਿਮੀਂਦਾਰ ਮੋਬਾਈਲ ਆਪਣਾ ਰੱਖ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਪਹਿਲੇ ਡਿਲੈਕਸ ਮਾਡਲਾਂ ਚੇਂਜ ਕੀਤਾ ਸੀ, ਹੁਣ ਸਾਰੇ ਟਰੈਕਟਰ ਮਾਡਲਾਂ ਦੇ ਵਿੱਚ PTO ਇਨਪੁਟ ਸ਼ਾਫਟ ਬੇਅਰਿੰਗ ਜਿਹੜਾ ਚੇਂਜ ਕਰਤਾ। ਪਹਿਲੇ ਉਹ 10 ਬਾਲ ਵਾਲਾ ਸੀਗਾ, ਹੁਣ 15 ਜਾਂ 16 ਬਾਲ ਦਾ ਕਰ ਦਿੱਤਾ ਹੈਗਾ। ਉਹਦੀ ਵਜ੍ਹਾ ਹੈ ਕਿ ਜਦੋਂ ਬਾਲ ਜ਼ਿਆਦਾ ਹੁੰਦੀਆਂ ਲੋਡ ਬੇਅਰਿੰਗ ਕੈਪੈਸਿਟੀ ਵੀ ਵੱਧ ਜਾਂਦੀ ਹੈ, ਉਹਦੀ ਲਾਈਫ ਵੀ ਵੱਧ ਜਾਂਦੀ ਹੈ। ਜ਼ਿਮੀਂਦਾਰਾਂ ਦਾ ਦੋ ਸਵਾਲ ਨੇ ਉਹਨਾਂ ਤੋਂ ਪਹਿਲੇ ਇੱਕ ਚੀਜ਼ ਮੇਰੇ ਤੋਂ ਮਿਸ ਹੋ ਗਈ, ਇਹ ਸਾਰੀਆਂ ਤਬਦੀਲੀਆਂ ਨੂੰ ਦਾ ਪਤਾ ਕਿਵੇਂ ਲੱਗੇਗਾ ਕਿ ਤਬਦੀਲੀਆਂ ਕਰਦੀਆਂ ਗਈਆਂ। ਅੱਗੇ ਸਟicker ਲਾਤਾ 2025 ਠੀਕ ਹੈ ਜੀ, ਤਾਂ ਕਿ ਬੰਦੇ ਨੂੰ ਪਤਾ ਕਿ ਜੇ 25 ਮਾਡਲ ਲੈ ਰਿਹਾ ਤਬਦੀਲੀਆਂ ਜਿਹੜੀਆਂ ਨੇ ਉਹ ਇਸ ਮਾਡਲ ਨੇ ਆਉਣ ਦਾ ਤਾਂ ਤਲਬ ਵੀ ਕੋਈ ਨਹੀਂ ਹੈਗਾ ਪ੍ਰਾਈਸ ਦੇ ਨਾਲ, ਕਿਉਂਕਿ ਅਗਰ ਸਮਾਨ ਦਾ ਤੇ ਤੁਹਾਨੂੰ ਪਤਾ ਕਿ ਪਿਛਲੇ ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਅਕਤੂਬਰ 'ਚ ਬਲਕਿ 4% ਟੈਕਸ ਲੱਗ ਗਿਆ ਸੀਗਾ ਟਰੈਕਟਰ ਦੇ ਉੱਪਰ। ਅਸੀਂ ਉਹ ਟੈਕਸ ਜਿਹੜਾ ਹੈਗਾ ਆਪਣੇ ਤੇ ਬਰਦਾਸ਼ਤ ਕੀਤਾ ਕੰਪਨੀ ਨੇ ਕਿ ਅਸੀਂ ਇਹ 5-6 ਮਹੀਨੇ ਜਿਹੜਾ ਅਸੀਂ ਨਹੀਂ ਇਹਦਾ ਬੋਝ ਜ਼ਿਮੀਂਦਾਰ ਤੇ ਨਹੀਂ ਪਾਵਾਂਗੇ, ਕਿਉਂਕਿ ਪਹਿਲੇ ਗੰਦਮ ਦੇ ਉੱਤੇ ਜ਼ਿਮੀਂਦਾਰ ਦੇ ਨਾਲ ਹੱਥ ਹੋਇਆ ਵਿਚਾਰੇ ਦੇ ਨਾਲ, ਫਿਰ ਚਾਵਲ ਦੇ ਉੱਤੇ ਹੱਥ ਹੋਇਆ। ਇਸ ਤੋਂ ਬਾਅਦ ਗ੍ਰੀਨ ਸਕੀਮ ਆ ਗਈ। ਅਸੀਂ ਇਹ ਸਾਰੇ ਜਿੰਨੇ ਵੀ ਸਾਡੇ ਕਸਟਮਰ ਸੀਗੇ ਅਸੀਂ ਉਹਨਾਂ ਨੂੰ ਇਹ ਜਿਹੜਾ ਬੋਝ ਸੀਗਾ 4% ਦਾ ਆਪਣੇ ਉੱਤੇ ਬਰਦਾਸ਼ਤ ਕੀਤਾ। ਠੀਕ ਹੈ ਜੀ, ਜਿਹੜੀ ਕੀਮਤ ਵਧੀ ਹੈ ਤੁਸੀਂ ਇਹੀ ਸਮਝ ਲਓ ਕਿ ਅਸੀਂ ਉਹ ਹੱਲੇ ਵੀ ਜਿੰਨੇ ਉਹ ਪੈਸੇ ਬਣਦੇ ਸੀਗੇ 4% ਟੈਕਸ ਦੇ, ਅਸੀਂ ਉਹਨੇ ਨਹੀਂ ਵਧਾਏ ਕੀਮਤ, ਅਸੀਂ ਇਸ ਤੋਂ ਪਿੱਛੇ ਹੀ ਹੈਗੇ ਹਾਂ। ਜਿੰਨਾ ਟੈਕਸ ਬਣਦਾ ਸੀ ਅਸੀਂ ਉਹ ਟੈਕਸ ਨਹੀਂ ਲਈ ਵਸੂਲ ਕਰ ਰਹੇ, ਤੇ ਇੱਥੇ ਚੀਜ਼ਾਂ ਦੀ ਕੀਮਤ ਲਾਓ ਤੇ ਫਿਰ ਹੋਰ ਜ਼ਿਆਦਾ ਬਣ ਜਾਂਦਾ ਹੈ। ਤੇ ਲਿਹਾਜ਼ਾ ਇਸ ਚੀਜ਼ ਦਾ ਕੋਈ ਤਲਕ ਨਹੀਂ ਹੈਗਾ। ਜਿਹੜੀ ਤਬਦੀਲੀਆਂ ਕੀਤੀਆਂ ਅਸੀਂ ਇੱਕ ਆਇਡੈਂਟੀਫਿਕੇਸ਼ਨ ਦਿੱਤੀ, ਇੱਕ ਪ੍ਰੈਸਟੀਜ ਤੱਕ ਮਹਿਸੂਸ ਹੋਵੇ ਜ਼ਿਮੀਂਦਾਰ ਨੂੰ, ਉਹਨੂੰ ਪਤਾ ਲੱਗੇ ਕਿ ਉਹ ਨਵੇਂ ਮਾਡਲ ਦੇ ਪੈਸੇ ਦੇ ਰਿਹਾ, ਤਾਂ ਨਵੇਂ ਮਾਡਲ 'ਚ ਕੁਝ ਚੀਜ਼ਾਂ ਇਜ਼ਾਫੀ ਨੇ। ਅਗਲੇ ਸਾਲ 2026 ਦੇ ਵਿੱਚ ਇਨਸ਼ਾਅੱਲਾ ਹੋਰ ਇਸ ਤੋਂ ਇਜ਼ਾਫੀ ਤਬਦੀਲੀਆਂ ਹੋਣਗੀਆਂ, ਆਪਸ਼ਨਸ ਆ ਜਾਣਗੀਆਂ ਟਰੈਕਟਰ ਦੇ ਵਿੱਚ। ਇਨਸ਼ਾਅੱਲਾ AC ਕੇਬਨ ਦੇ ਉੱਤੇ ਵੀ ਕੰਮ ਕਰਦੇ ਪਏ ਹੈਗੇ ਆ, ਤੇ ਇਹ ਸਾਲ ਅਸੀਂ ਜਿਹੜਾ ਨਾ ਇਹਨੂੰ ਜਾਰੀ ਰੱਖਾਂਗੇ ਇਨਸ਼ਾਅੱਲਾ ਜੀ। ਯਕਮ ਤੋਂ ਨਵੀਂ ਪ੍ਰਾਈਸ ਆ ਰਹੀ ਹੈ 2025 ਮਾਡਲ। ਬੁਕਿੰਗ ਅਸੀਂ ਕਰ ਰਹੇ ਹਾਂ, ਬੁਕਿੰਗ ਕਰਵਾ ਸਕਦੇ ਨੇ ਜ਼ਿਮੀਂਦਾਰ, ਲੇਕਿਨ ਜਿਹੜਾ ਟਰੈਕਟਰ ਇਨਵਾਇਸ ਹੋਣਗੇ 1 ਜਨਵਰੀ ਤੋਂ ਬਾਅਦ ਨਵੇਂ ਸੀਰੀਅਲ ਦੇ ਨਵੇਂ ਮਾਡਲ ਦੇ ਉਹਨਾਂ ਦੇ ਉੱਤੇ ਪਰਸੈਪਸ਼ਨ ਕਹਿ ਲਓ, ਮਿਥ ਕਹਿ ਲਓ ਜਾਂ ਸੋਚ ਕਹਿ ਲਓ, ਕਿ ਬਣ ਗਈ ਹੁੰਦੀ ਕਿ ਪਿਛਲੇ ਨੂੰ ਅਸੀਂ ਕਹਿਣਾ ਕਿ ਉਹ ਠੀਕ ਸੀਗਾ। ਠੀਕ ਹੈ ਜੀ, ਅਸੀਂ ਪਿਛਲੇ ਨੂੰ ਠੀਕ ਕਹਿੰਦੇ ਕਿ ਜੀ ਪਹਿਲੇ ਜਿਹੜਾ ਸੀ ਉਹ ਠੀਕ ਸੀ, ਹੁਣ ਠੀਕ ਨਹੀਂ ਹੈਗਾ। ਐਸੀ ਗੱਲ ਨਹੀਂ ਹੈਗੀ। ਤੁਹਾਡਾ ਕੀ ਖਿਆਲ ਹੈ ਕਿ ਪਰਕਨ, ਪਹਿਲੀ ਤਾਂ ਗੱਲ ਪਰਕਨ ਵੀ ਅਸੀਂ ਹੀ ਮੈਨੂਫੈਕਚਰ ਕਰਦੇ ਸੀ, ਸਿਰਫ ਲਾਇਸੈਂਸ ਸੀਗਾ, ਔਰ ਲਾਇਸੈਂਸ ਦੀ ਅਸੀਂ ਫੀਸ ਪੇ ਕਰਦੇ ਸੀ, ਔਰ ਪਰਕਨ ਲਿਖਿਆ ਜਾਂਦਾ ਸੀ ਟਰੈਕਟਰ ਦਾ। ਉਦੋਂ ਵੀ ਮੈਨੂਫੈਕਚਰ ਅਸੀਂ ਆਪ ਹੀ ਕਰਦੇ ਸੀ, ਹੁਣ ਵੀ ਅਸੀਂ ਆਪ ਹੀ ਕਰਦੇ ਹਾਂ। ਤੇ ਪਰਕਨ ਦੇ ਕਿੰਨੇ ਕੁ ਟਰੈਕਟਰ ਇਸ ਟਾਈਮ ਫੀਲਡ 'ਚ ਚੱਲਣ ਡਏ ਹੋਣੇ, ਪਹਿਲੀ ਤਾਂ ਗੱਲ ਇਹ ਹੈਗੀ। ਠੀਕ ਹੈ, ਤੁਸੀਂ ਅਗਰ ਰੇਸ਼ੋ ਚੈੱਕ ਕਰੋ ਨਾ, ਉਹ ਹੋ ਸਕਦਾ 2% ਹੋਣ, 98% ਨਵਾਂ ਟਰੈਕਟਰ ਹੋਵੇ। ਠੀਕ ਹੈ ਜੀ, ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਜੀ ਉਹ ਨਹੀਂ ਸੀ ਟੁੱਟਦੇ ਤੇ ਇਹ ਟੁੱਟਦੇ ਨੇ? ਉਹ ਤਾਂ ਹੈ ਹੀ ਨਹੀਂ। ਹੁਣ ਸਮਝ ਲਓ ਉਹ ਤਾਂ ਹੈ ਹੀ ਨਹੀਂ। ਇਲਾਕੇ ਦੇ ਵਿੱਚ ਕਿੰਨੇ ਸਾਲ ਹੋ ਗਏ, 15 ਸਾਲ 20 ਸਾਲ ਪਹਿਲੇ ਦੇ ਟਰੈਕਟਰ ਨੇ, ਤੇ ਉਹਨਾਂ ਦੇ ਮਤਲਬ ਉਹਨਾਂ ਦੀ ਤਾਦਾਦ ਕਿੰਨੀ ਕੁ ਮੌਜੂਦ ਹੋਗੀ। ਤੇ ਪਹਿਲੀ ਗੱਲ ਇਹ ਗਲਤ ਹੈਗੀ। ਦੂਸਰੀ ਗੱਲ ਹੈਗੀ ਮਿਸਯੂਜ਼। ਠੀਕ ਹੈ ਜੀ, ਟਰੈਕਟਰ ਦਾ ਗਲਤ ਇਸਤੇਮਾਲ, ਬੇਜਾ ਇਸਤੇਮਾਲ। ਟਰੈਕਟਰ ਕੋਈ ਫਰਿਸ਼ਤਾ ਤਾਂ ਨਹੀਂ ਹੈਗਾ ਕਿ ਉਹਨੂੰ ਜੋ ਕਹੋਗੇ ਹੁਕਮ ਦੋਗੇ ਉਹ ਕਰ ਦੇਗਾ। ਠੀਕ ਹੈ ਜੀ, ਟਰੈਕਟਰ ਦੀ ਲਿਮਿਟੇਸ਼ਨਸ ਹੈਗੀਆਂ ਨੇ, ਉਹਦੀ ਹਰ ਚੀਜ਼ ਜਿਹੜੀ ਹੈ ਇੱਕ ਇੰਜੀਨੀਅਰਿੰਗ ਪੁਆਇੰਟ ਆਫ ਵਿਊ ਦੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ ਔਰ ਬਣਾਈ ਜਾਂਦੀ ਹੈ। ਹਰ ਪੁਰਜ਼ਾ, ਅਗਰ ਕਿਸੇ ਕੋਈ ਬੰਦਾ ਕਹਿੰਦਾ ਨਾ ਜੀ ਮੇਰਾ ਮਿਆਰ ਠੀਕ ਨਹੀਂ ਹੈਗਾ, ਅਸੀਂ ਉਹਨੂੰ ਚੈਲੰਜ ਕਰਨੇ ਹੋ ਕਿ ਆਪਣਾ ਪੁਰਜ਼ਾ ਲਿਆ ਜਿਹੜਾ ਟੁੱਟਿਆ ਹੈਗਾ, ਅਸੀਂ ਉਹਨੂੰ ਲੈਬੋਰਟਰੀ ਚੈੱਕ ਕਰਵਾਉਂਦੇ ਹਾਂ। ਅਸੀਂ ਅਗਰ ਸਾਡੇ ਮਿਆਰ 'ਚ ਕਮੀ ਹੋਏਗੀ ਤਾਂ ਅਸੀਂ ਇਨਸ਼ਾਅੱਲਾ ਉਹਦੇ ਜੁਰਮਦਾਰ ਹੈਗੇ। ਠੀਕ ਹੈ ਜੀ, ਔਰ ਅਗਰ ਨਹੀਂ ਹੋਏਗੀ, ਮਟੀਰੀਅਲ ਠੀਕ ਹੈ, ਸਪੈਸੀਫਿਕੇਸ਼ਨ ਠੀਕ ਹੈ, ਉਹਦਾ ਪ੍ਰੋਸੈਸ ਠੀਕ ਹੈਗਾ, ਤੇ ਕਿਸ ਤਰ੍ਹਾਂ ਉਹ ਕਹਿ ਸਕਦਾ ਕਿ ਕੰਪਨੀ ਦਾ ਮਾਲ ਠੀਕ ਨਹੀਂ ਹੈਗਾ? ਠੀਕ ਹੈ, ਲਿਹਾਜ਼ਾ ਓਵਰਲੋਡਿੰਗ ਅਸੀਂ ਦੇਖਦੇ ਹਾਂ ਅੱਜ ਕੱਲ੍ਹ। ਜਿਸ ਤਰ੍ਹਾਂ ਟਰਾਲੇ ਹਰ ਆਉਂਦੇ ਸਾਲ ਟਰਾਲਾ ਵੱਡੇ ਤੋਂ ਵੱਡਾ ਬਣ ਰਿਹਾ। ਠੀਕ ਹੈ ਜੀ, ਔਰ ਮੁਕਾਬਲੇ ਹੁੰਦੇ ਨੇ, ਦੇਖੋ ਜੀ ਵਜ਼ਨ ਕਿਹੜਾ ਬਹੁਤਾ ਚੁੱਕਦਾ ਹੈ। ਠੀਕ ਹੈ, ਟੋਚਨ ਮੁਕਾਬਲੇ ਵੀ ਤੁਸੀਂ ਮਾਸ਼ਾਅੱਲਾ ਕਰਦੇ ਪਏ ਹੋ। ਇਹ ਇੱਕ ਉਹ ਤਾਂ ਹੈ ਸਹੀ ਕਿ ਉਹਨੂੰ ਕਹਿੰਦੇ ਸ਼ੁਗਲ ਮੇਲਾ ਤਾਂ ਹੈ ਸਹੀ, ਲੇਕਿਨ ਕਿਆ ਉਹ ਠੀਕ ਹੈ ਕਿ ਚੀਜ਼? ਉਹ 'ਚ ਨੁਕਸਾਨ ਨਹੀਂ ਹੋ ਸਕਦਾ ਹੈ ਨਾ ਜੀ। ਤੇ ਉਹ ਸ਼ੁਗਲ ਮੇਲਾ 2 ਮਿੰਟ ਦਾ, ਲੇਕਿਨ ਅਗਰ ਨੁਕਸਾਨ ਹੋ ਜਾਏ ਤਾਂ ਲੱਖਾਂ ਦਾ ਨੁਕਸਾਨ। ਠੀਕ ਹੈ, ਤੇ ਲਿਹਾਜ਼ਾ ਸਾਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ। ਸਾਨੂੰ ਪੋਜ਼ੀਟਿਵ ਤਨਕੀਦ ਕਰਨੀ ਚਾਹੀਦੀ ਹੈ। ਤੁਸੀਂ ਸਾਨੂੰ ਜਦੋਂ ਚੀਜ਼ਾਂ ਪੁਆਇੰਟ ਆਊਟ ਕੀਤੀਆਂ, ਕੁਛ ਚੀਜ਼ਾਂ ਸਾਨੂੰ ਫੀਲਡ 'ਚ ਵੀ ਆਉਂਦੀਆਂ। ਅਸੀਂ ਹਰ ਸਾਲ 2 ਵਾਰੀ ਜ਼ਿਮੀਂਦਾਰ ਦੇ ਕੋਲ ਜਾਂਦੇ ਹਾਂ, ਫ੍ਰੀ ਸਰਵਿਸ ਪ੍ਰੋਗਰਾਮ ਕਰਦੇ ਹਾਂ। ਜਿਸ ਇਲਾਕੇ ਦੇ ਵਿੱਚ ਜਿੰਨੇ ਨਵੇਂ ਟਰੈਕਟਰ ਗਏ ਹੁੰਦੇ ਸਾਰਿਆਂ ਨੂੰ ਅਸੀਂ ਬੁਲਾਈਦਾ, ਬੁਲਾ ਕੇ ਉਹਨਾਂ ਦੇ ਟਰੈਕਟਰ ਦਾ ਚੈੱਕਅਪ ਕਰੀਦਾ, ਉਹਨਾਂ ਨਾਲ ਸਵਾਲ ਜਵਾਬ ਕਰੀਦੇ, ਉਹਨਾਂ ਨੂੰ ਪੁੱਛੀਦਾ ਸਾਨੂੰ ਦੱਸੋ ਕਿ ਸਾਡੇ ਮੁਤਲਕਾ ਕੋਈ ਗੱਲਾਂ ਹੈਗੀਆਂ ਨੇ, ਕੋਈ ਮਸ਼ਵਰੇ ਹੈਗੇ ਨੇ, ਕੋਈ ਖਾਮੀਆਂ ਸਾਨੂੰ ਦੱਸੋ। ਆਪਣੀ ਗੱਲ ਉਹਨਾਂ ਨੂੰ ਦੱਸੀ ਦੀ ਹੈ। ਠੀਕ ਹੈ, ਟਰੈਕਟਰ ਚਲਾਉਣ ਦਾ ਤਰੀਕਾਕਾਰ, ਟਰੈਕਟਰ ਦੀ ਦੇਖਭਾਲ ਦਾ ਤਰੀਕਾਕਾਰ, ਬਹੁਤ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਸਮਝਦੇ ਹਾਂ ਕਿ ਸਾਨੂੰ ਕਰਨੀ ਚਾਹੀਦੀ, ਅਸੀਂ ਕਰਦੇ ਹਾਂ। ਕਿ ਹਰ ਚੀਜ਼ ਦਾ ਡਿਜ਼ਾਈਨ ਹੁੰਦਾ ਹੈ। ਠੀਕ ਹੈ, ਗੱਲ ਉਹ ਕੰਨ ਇੱਧਰੋਂ ਫੜੋ ਜਾਂ ਇੱਧਰੋਂ ਫੜੋ, ਗੱਲ ਇੱਕ ਹੀ ਹੈਗੀ। 12 ਲੀਟਰ ਕਰ ਦਿਓ ਤੇ ਘੰਟੇ ਵਧਾ ਦਿਓ। ਠੀਕ ਹੈ, 8 ਲੀਟਰ ਕਰ ਦਿਓ ਤੇ ਘੰਟੇ ਥੋੜ੍ਹੇ ਕਰ ਦਿਓ। ਇਹ ਕੀ
ਇਹ ਜਦੋਂ ਬਣਿਆ ਡਿਜ਼ਾਈਨ ਹੋਇਆ ਇਹ ਆਪਣੀ ਕੈਪੈਸਿਟੀ ਦੇ ਹਿਸਾਬ ਦੇ ਨਾਲ ਇਹਦੀ ਆਇਲ ਦੀ ਕੈਪੈਸਿਟੀ ਰੱਖੀ ਗਈ ਹੈ, ਜੋ ਇਹਦੇ ਇੰਜਨ ਦੀ ਰਿਕੁਆਇਰਮੈਂਟ ਸੀ ਉਹਦੇ ਹਿਸਾਬ ਦੇ ਨਾਲ। ਸਹੀ। ਠੀਕ ਹੈ ਜੀ। ਅਗਰ ਅਸੀਂ ਇਹਨੂੰ ਵਧਾ ਦਾਂਗੇ ਹੋ ਸਕਦਾ ਕਿ ਉਹਦਾ ਨੁਕਸਾਨ ਹੋ ਜਾਏ। ਜਿਸ ਤਰ੍ਹਾਂ ਇੱਕ ਟਰੈਕਟਰ ਨੂੰ ਠੰਡਾ ਕਰਨ ਵਾਸਤੇ ਅਸੀਂ ਆਮ ਲੋਕਾਂ ਦਾ ਖਿਆਲ ਹੈਗਾ ਜੀ ਇਹਦੇ ਚੋਂ ਥਰਮੋਸਟੇਟ ਵਾਲ ਕੱਢ ਦਿਓ, ਜੀ ਠੰਡਾ ਹੁੰਦਾ ਲੇਕਿਨ ਹੱਦ ਤੋਂ ਜ਼ਿਆਦਾ ਠੰਡਾ ਹੋ ਜਾਂਦਾ। ਜੀ ਜੀ ਠੀਕ ਹੈ, ਯਾਨੀ ਕਿ ਜ਼ਰੂਰਤ ਨਹੀਂ ਸੀ ਉਹਨੂੰ ਰੱਖਣ ਦੀ ਜ਼ਰੂਰਤ ਹੈ, ਕੱਢਣ ਦੀ ਜ਼ਰੂਰਤ ਨਹੀਂ। ਲੇਕਿਨ ਜਦੋਂ ਅਸੀਂ ਕੱਢ ਦਿੰਦੇ ਹਾਂ ਤੇ ਕੀ ਕਰਦੇ ਹਾਂ ਕਿ ਪਿਛਲੇ ਪਿਸਟਨ ਜ਼ਿਆਦਾ ਠੰਡੇ ਹੋ ਜਾਂਦੇ ਨੇ, ਅਗਲੇ ਜਿਹੜੇ ਗਰਮੈਸ਼ ਜਿੰਨੀ ਚਾਹੀਦੀ ਹੈ, ਜਿੰਨਾ ਇੱਕ ਆਪਟੀਮਮ ਟੈਂਪਰੇਚਰ ਹੁੰਦਾ ਉਹ ਅਗਲੇ ਦੋ ਪਿਸਟਨਾਂ ਦਾ ਰਹਿੰਦਾ, ਪਿਛਲੇ ਜ਼ਿਆਦਾ ਠੰਡੇ ਹੋ ਜਾਂਦੇ ਨੇ ਸਹੀ। ਤੇ ਉਹ ਜਾਂ ਪਿਛਲੇ ਜ਼ਿਆਦਾ ਗਰਮ ਹੋ ਜਾਂਦੇ ਨੇ, ਅਗਲੇ ਠੰਡੇ ਹੋ ਜਾਂਦੇ ਕਿਉਂਕਿ ਅੱਗੇ ਉਹ ਪਾਣੀ ਜਾਂਦਾ ਪਿੱਛੇ ਨੂੰ। ਸੌਰੀ ਮੈਂ ਉਲਟ ਕਰ ਗਿਆ। ਤੇ ਉਹ ਪਿਛਲੇ ਜਿਹੜੇ ਨੇ ਉਹ ਗਰਮੈਸ਼ ਦੀ ਵਜ੍ਹਾ ਤੋਂ ਰਿੰਗ ਘਸਾ ਦਿੰਦੇ ਨੇ, ਅਗਲੇ ਜਿਹੜੇ ਨੇ ਉਹ ਚੱਲ ਨਹੀਂ। ਚਾਹੀਦਾ ਤੇ ਹੈ ਕਿ ਇੰਜਨ ਦੇ ਅਗਰ ਰਿੰਗ ਖਤਮ ਹੋਣ ਤਾਂ ਬਰਾਬਰ ਖਤਮ ਹੋਣ। ਜੀ ਜੀ ਠੀਕ ਹੈ ਜੀ। ਉਸ ਸਿਸਟਮ ਨੂੰ ਜਦੋਂ ਅਸੀਂ ਬਾਈਪਾਸ ਕਰਦੇ ਹਾਂ ਉਹਦੇ ਨੁਕਸਾਨਾਤ ਨੇ, ਉਹਦਾ ਫਾਇਦਾ ਕੋਈ ਨਹੀਂ। ਠੀਕ ਹੈ। ਲਿਹਾਜ਼ਾ ਤੇਲ ਵਧਾਉਣ ਦੇ ਨਾਲ ਜੇਬ ਦੇ ਉੱਤੇ ਖਰਚਾ ਵੱਧ ਜਾਏਗਾ, ਉਹਦਾ ਕੋਈ ਐਸਾ ਮੇਰਾ ਨਹੀਂ ਖਿਆਲ। ਦੇਖੋ ਸਟੈਂਡਰਡ ਟਾਈਮ ਦੇ ਵਿੱਚ 375 ਟਰੈਕਟਰ ਅੱਜ ਵੀ ਕਿਸੇ ਨੇ ਲੈਣਾ ਉਹ ਸਟੈਂਡਰਡ ਟਾਈਮ ਦੇ ਵਿੱਚ ਮਿਲ ਜਾਏਗਾ। ਜੀ ਠੀਕ ਹੈ ਜੀ। ਅਸੀਂ ਉਹ 260 ਦੇ ਵਿੱਚ ਸਟੈਂਡਰਡ ਟਾਈਮ ਰੱਖਿਆ ਸੀਗਾ ਲੇਕਿਨ ਉਹ ਲੋਕਾਂ ਨੇ ਨਹੀਂ ਪਸੰਦ ਕੀਤਾ, ਸਾਨੂੰ ਬੰਦ ਕਰਨਾ ਪੈ ਗਿਆ। ਜੀ। 75 ਵਾਹਿਦ ਟਰੈਕਟਰ ਹੈਗਾ ਜਿਹਦੇ ਵਿੱਚ ਸਟੈਂਡਰਡ ਟਾਈਮ ਜਮਾਂਦਰੂ ਫਿੱਟ ਹੈਗਾ। ਜੀ ਠੀਕ ਹੈ, ਤੁਸੀਂ ਜਦੋਂ ਵੀ ਮੰਗੋਗੇ 75 ਸਟੈਂਡਰਡ ਟਾਈਮ ਦੇ ਨਾਲ ਮਿਲੇਗਾ। ਠੀਕ ਹੈ ਠੀਕ ਹੈ ਜੀ। ਬਹਰਹਾਲ ਅਗਰ ਜ਼ਿਆਦਾ ਲੋਕ ਡਿਮਾਂਡ, ਕਿਉਂਕਿ ਹਰ ਮਾਡਲ ਦਾ ਪੰਪ ਅਲੱਗਾ, ਉਹਦੀ ਸੈਟਿੰਗ ਅਲੱਗਾ ਹੈਗੀ। ਜੀ। ਜਦੋਂ ਅਸੀਂ ਸਾਨੂੰ ਲੱਗੇਗਾ ਕਿ ਕੋਈ 100 ਦੇ ਵਿੱਚੋਂ 1000 ਚੋਂ ਕੋਈ 100 ਬੰਦੇ ਚਾਹੁੰਦੇ ਨੇ ਕਿ ਅਸੀਂ ਚੇਂਜ ਕਰਨਾ ਤਾਂ ਅਸੀਂ ਫਿਰ ਇੰਪੋਰਟ ਕਾਫੀ ਦੋਸਤ ਇਹ ਵੀ ਕਹਿ ਰਹੇ ਨੇ ਕੰਪਨੀ 100 ਹਾਰਸ ਪਾਵਰ ਕਦੋਂ ਕੱਢ ਰਹੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਕਿਉਂਕਿ ਬਾਕੀ ਇੱਕ ਕੰਪਨੀ ਨੇ ਕੱਢਿਆ ਵੀ ਹੈ। ਦੇਖੋ ਕੰਪਨੀਆਂ ਨੇ ਕੱਢ ਲਿਆ, ਅਸੀਂ ਬੇਸਿਕਲੀ ਟੈਸਟ ਕੀਤਾ ਸੀ, ਉਹਨਾਂ ਨੇ ਉਸੇ ਚੀਜ਼ ਨੂੰ ਚੁੱਕ ਕੇ ਅਡਾਪਟ ਕਰ ਲਿਆ। ਅਸੀਂ ਇੱਕ ਵੱਡੀ ਕੰਪਨੀ, ਅਸੀਂ ਬਕਾਇਦਾ ਇੱਕ ਤਰਤੀਬ ਦੇ ਨਾਲ, ਬਕਾਇਦਾ ਇੱਕ SOP ਦੇ ਨਾਲ, ਸਿਸਟਮ ਦੇ ਨਾਲ ਚੀਜ਼ ਬਣਾਉਂਦੇ ਹਾਂ। ਸਾਡੇ ਹਿਸਾਬ 'ਚੋਂ ਨਾਕਾਮ ਸੀ, ਅਸੀਂ ਉਹਨੂੰ ਰਿਜੈਕਟ ਕਰ ਦਿੱਤਾ, ਉਹਨਾਂ ਨੇ ਉਹ ਮਾਰਕੀਟ ਤੋਂ ਚੀਜ਼ਾਂ ਚੁੱਕੀਆਂ ਔਰ ਟਰੈਕਟਰ ਬਣਾਤਾ। ਅਸੀਂ ਇਨਸ਼ਾਅੱਲਾ ਜਦੋਂ ਬਣਾਵਾਂਗੇ 100 ਹਾਰਸ ਪਾਵਰ, ਵਾਕਈ 100 ਹਾਰਸ ਪਾਵਰ ਹੋਏਗਾ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੀ CD70 ਨੂੰ 1 to 5 ਦਾ ਇੰਜਨ ਲਾ ਦੋ ਜੀ ਇਹ 1 to 5 ਹੋ ਗਿਆ। ਜੀ ਜੀ। ਠੀਕ ਹੈ ਜੀ। ਇਹਦਾ ਪੂਰਾ ਗੇਅਰ ਸਿਸਟਮ, ਇਹਦਾ ਰੀਅਰ ਐਕਸਲ ਤਬਦੀਲ ਕਰਨਾ ਪੈਂਦਾ ਹੈਗਾ। ਅਸੀਂ ਦੇਖਾਂਗੇ ਕਿ ਅਗਰ ਇਹ ਉਹਨੂੰ ਸਪੋਰਟ ਕਰਦਾ 100 ਨੂੰ ਤਾਂ ਅਸੀਂ ਕਰਾਂਗੇ, ਵਰਨਾ ਨਹੀਂ ਅਸੀਂ ਕਰਾਂਗੇ। ਇਸੇ ਲਈ ਅਸੀਂ ਲੇਟ ਹੈਗੇ ਆ। ਅਸੀਂ ਪ੍ਰੋਪਰ ਜਿਹੜਾ ਚੀਜ਼ ਇਨਸ਼ਾਅੱਲਾ ਮਤਲਬ ਤੁਸੀਂ ਕੰਮ ਕਰ ਰਹੇ ਤੇ ਹੋ ਰਿਹਾ ਕੰਮ, ਮਤਲਬ ਜ਼ਿਮੀਂਦਾਰ ਉਮੀਦ ਰੱਖਣਾ ਹੈ। ਇੱਕ ਸਵਾਲ ਮੇਰਾ ਵੀ ਹੈ, ਇਹਦੇ ਜਿਹੜੇ ਮੀਟਰ ਪਿਛਲੀ ਦਫਾ ਅਸੀਂ ਆਏ ਸੀ, ਜੀ ਜੀ, ਮੀਟਰਾਂ ਦੇ ਕਿਹਾ ਸੀ ਕਿ ਜਲਦੀ ਖਰਾਬ ਹੋ ਜਾਂਦੇ, ਜੀ ਜੀ, ਇਹਨਾਂ ਦੇ ਉੱਪਰ ਕੋਈ ਕੰਮ ਹੋ ਰਿਹਾ? ਜੀ ਮੀਟਰਾਂ ਦਾ ਅਸੀਂ ਪੂਰਾ ਪੈਨਲ ਚੇਂਜ ਕਰਾਂਗੇ ਇਨਸ਼ਾਅੱਲਾ। ਅਗਲੀ ਜਿਹੜੀ ਤਬਦੀਲੀ ਵੱਡੀ ਹੋਏਗੀ ਇਨਸ਼ਾਅੱਲਾ ਮੀਟਰਾਂ ਦਾ ਪੈਨਲ ਚੇਂਜ ਕਰਾਂਗੇ। ਇਹਦੀ ਅਸੀਂ ਸੋਚ ਰਹੇ ਕਿ ਜਿਹੜੀ ਮੀਟਰ ਕੇਬਲ ਹੈ, ਉਹ ਕੇਬਲ ਅਕਸਰ ਟੁੱਟੀ ਰਹਿੰਦੀ ਹੈ। ਜੀ ਜੀ। ਉਹ ਕੇਬਲ ਦੀ ਬਜਾਏ ਅਸੀਂ ਸੈਂਸਰ ਲਾ ਕੇ ਅਸੀਂ ਬਿਜਲੀ ਦੀ ਤਾਰ ਲੈ ਕੇ ਜਾਵਾਂਗੇ ਮੀਟਰ ਤੱਕ, ਤੇ ਉਹਦੇ ਨਾਲ ਉਹਦੀ ਆਵਰ ਮੀਟਰ ਔਰ ਉਹਦੀ RPM ਦੱਸੇਗਾ। ਮੀਟਰ ਡਿਜੀਟਲ ਹੋਣਗੇ? ਮੇਰਾ ਖਿਆਲ ਐਨਾਲੌਗ ਹੀ ਹੋਣਗੇ, ਡਿਜੀਟਲ ਵਾਲੇ ਨਹੀਂ। ਡਿਜੀਟਲ ਸਾਡੇ ਇਹ 30 ਸਾਲ ਪਹਿਲੇ ਵੀ ਇਹਨਾਂ ਟਰੈਕਟਰਾਂ 'ਚ ਰਿਆਜ਼ ਸਾਹਿਬ ਨੂੰ ਵੀ ਪਤਾ, ਇਹਨਾਂ ਨੇ ਦੱਸਣ ਰਹੇ ਸੀਗੇ। ਸਾਡੇ ਕੋਲ ਇਸ ਟਾਈਮ ਵੀ ਵੇਅਰ ਹਾਊਸ ਪਏ ਨੇ, ਉਸ ਟਾਈਮ ਵੀ ਡਿਜੀਟਲ ਮੀਟਰ ਹੁੰਦੇ ਸੀ, ਉਹ ਕਾਮਯਾਬ ਨਹੀਂ ਹੋਏ, ਉਹਨਾਂ 'ਚ ਡਸਟ ਵਗੈਰਾ ਚਲੀ ਜਾਂਦੀ ਸੀ, ਉਹਨਾਂ ਦੇ ਮਸਲੇ ਮਸਾਇਲ ਸੀਗੇ। ਤੇ ਇਸ ਕਰਕੇ ਅਸੀਂ ਆਪ ਸ਼ਿਫਟ ਹੋਏ ਸੀ ਜ਼ਿਮੀਂਦਾਰਾਂ ਦੇ ਕਹਿਣ ਦੇ ਉੱਤੇ ਕਿ ਜੀ ਐਨਾਲੌਗ ਹੋਣੇ ਚਾਹੀਦੇ, ਸੂਈਆਂ ਵਾਲੇ ਹੋਣੇ ਚਾਹੀਦੇ, ਸੂਈ ਜ਼ਰਾ ਬਿਹਤਰ ਦੱਸ ਦਿੰਦੀ ਹੈ।